खा ले जो एक बंदे को देसी मुर्गा खाने की नहीं गुंजाइश हैगी। मसलन दाल खा लै, ओदी नहीं गुंजाइश है। अंब दे अचार नाल रोटी खा लै, ओदी नहीं गुंजाइश हैगी। कूंडे च लूण मिर्च घोल के ओदे नाल रोटी खा लै। इदां तो मर जाण, गरीब तो मर जाण उदां ही। नहीं, ये तुहानूं दिमाग नूं काम करना चाहिए वा कि ओहदे किद्दां इलाज करना। एक बंदे नूं 8 वारी रोटी लभदी गरीब नूं है, उन्हें तुसीं आखो मुर्गा ही खावे, वो किद्दां खाऊगा? निरियां मिर्चां घोट के ना रोटी खा ला, बच जाएगा। साजी मैं ये सवाल किया सी कि एक बंदा वा मिसाल के तौर पर वो किसी डॉक्टर को जाता, वो 3-4 महीने 6 महीने लाउंदा उत्थे, वो कोई 5 7 10 15 ही दवाइयां हुंदियां जिन्हां दे नां सिख लैंदा, उन्हां दा बरतन दा तरीका सिख लैंदा। वो उत्थों निकलदा, वो जाके गली महल्ले दी नुक्कर ते बह जांदा किते, उत्थे जाके वो 3 खुराकां ते एक टीका लाउणा शुरू कर दिंदा। लोग ਉਹਦੇ ਕੋਲ ਆ ਰਹੇ ਆ, ਰੋਜ਼ਾਨਾ ਦੀਆਂ ਬੁਨਿਆਦਾਂ ਤੇ ਆ ਰਹੇ ਆ, ਲੋਕ ਉਹਦੇ ਨਾਲ ਖੁਸ਼ ਵੀ ਆ। ਲੋਕ ਉਹ ਕੀ ਕਰਦਾ ਵਾ, ਉਹ ਸਵੇਰ ਨੂੰ ਮੈਡੀਕਲ ਸਟੋਰ ਤੇ ਜਾਂਦਾ, ਉੱਥੋਂ ਚੀਜ਼ਾਂ ਲੈਂਦਾ, ਲਿਆ ਕੇ ਆਣ ਕੇ ਸ਼ਾਮ ਨੂੰ ਵੰਡ ਦਿੰਦਾ। ਉਹ ਉਸਤਾਦ ਜੀ ਖੁਸ਼ ਵੀ ਆ, ਉਹ ਰੋਜ਼ਾਨਾ ਰੋਟੀ ਵੀ ਆਪਣੇ ਘਰ ਲੈ ਕੇ ਜਾ ਰਿਹਾ। ਉਹ ਉਸਤਾਦ ਜੀ ਲੋਕ ਵੀ ਉਹਦੇ ਨਾਲ ਆ ਰਹੇ ਆ, ਭਾਵੇਂ ਉਹ 1 ਹਫ਼ਤੇ ਵਾਸਤੇ ਠੀਕ ਹੋਣ, ਉਹ ਆ ਰਹੇ ਆ ਉਹਦੇ ਕੋਲ ਬੜੀ ਖੁਸ਼ੀ ਦੇ ਨਾਲ, ਜਾ ਵੀ ਰਹੇ ਆ ਤੇ ਰਾਜ਼ੀ ਆ। ਹਕੀਮ ਜਿਹੜਾ ਸਾਜੀ ਸਾਰੀ ਜ਼ਿੰਦਗੀ ਦਵਾਈਆਂ ਲੱਭਦਾ ਰਹਿੰਦਾ, ਨੁਸਖੇ ਲੱਭਦਾ ਰਹਿੰਦਾ, ਨਾ ਉਹਦੇ ਨਾਲ ਲੋਕੀ ਰਾਜ਼ੀ ਹੁੰਦੇ, ਨਾ ਉਹਦੇ ਨਾਲ ਘਰ ਵਾਲੇ ਰਾਜ਼ੀ ਹੁੰਦੇ, ਨਾ ਉਹ ਆਪਣੇ ਆਪ ਨਾਲ ਰਾਜ਼ੀ ਹੁੰਦਾ। ਇਹਦੀ ਕੀ ਵਜ੍ਹਾ ਵਾ? ਇਹਦੇ ਤੋਂ ਥੋੜੀ ਯਾਰ ਤੁਹਾਡਾ ਹੀ ਦਿਮਾਗ ਨਹੀਂਗਾ, ਸੋਚ ਹੀ ਨਹੀਂ ਤੁਹਾਡੀ ਹੈਗੀ। ਤੁਸੀਂ ਹਕੀਮ ਦੇ, ਹਕੀਮ ਅੱਲਾ ਮਾਲਕ ਦਾ ਨਾਮ ਆ, ਹਾਂਜੀ। ਤੁਹਾਨੂੰ ਸਿਰਫ ਪੈਸੇ ਦੀ ਲਾਲਚ ਆ। ਕਿੰਨੇ ਮਰੀਜ਼ ਆਉਂਦੇ ਜਿਨ੍ਹਾਂ ਨੂੰ ਉਹਦੇ ਫਰੀ ਦਵਾਈਆਂ ਦੇਈ ਜਾਂਦੇ, ਪਰਹੇਜ਼ ਦੇਈ ਜਾਂਦੇ, ਇਹ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ? ਪੈਦਾ ਹੁੰਦਾ। ਆਪਣੇ ਆਪ 'ਚ ਪਾਵਰ ਪੈਦਾ ਕਰੋ ਤੇ ਰਿਜ਼ਕ ਜਿਹੜਾ ਹੈਗਾ ਨਾ, ਤੁਸੀਂ ਇਹ ਨਾ ਵੇਖੋ ਵੀ ਉਹ 2 ਟੀਕੇ ਲਾ ਕੇ ਇੰਨੇ ਪੈਸੇ ਕਮਾ ਕੇ ਲੈ ਜਾਂਦਾ ਤੇ ਗੱਡੀ ਲਈ ਹੈ ਤੇ ਐਸ਼ ਕਰਦਾ ਫਿਰਦਾ। ਨਹੀਂ, ਰਿਜ਼ਕ ਉਹ ਜਿਹੜਾ ਰੱਬ ਨੇ ਰੱਖਿਆ ਉਹ ਤੁਹਾਨੂੰ ਮਿਲਣਾ ਹਰ ਹਾਲ ਦੇ ਵਿੱਚ। ਉਹ ਡਾਕਾ ਮਾਰ ਕੇ ਲਿਜਾਣ ਡਿਆ, ਇੱਕ ਖੜੋਤਾ ਉਹ ਬੰਦਾ, ਦੂਜਾ ਆਉਣ ਡਿਆ, ਉਹਦੇ ਕੋਲ 1 1.5 ਲੱਖ ਰੁਪਈਆ ਖੋ ਕੇ ਭੱਜ ਜਾਂਦਾ। ਰੱਬ ਨੇ ਉਹਦੇ ਮੁਕੱਦਰਾਂ 'ਚ ਰਿਜ਼ਕ ਲਿਖਿਆ ਜਿਹੜੇ ਤੈਨੂੰ ਹਰਾਮ ਤਰੀਕੇ ਨਾਲ ਲਿਖਿਆ ਗਿਆ। ਤੁਸੀਂ ਹਲਾਲ ਤਰੀਕੇ ਨਾਲ ਖਾਣ ਦੀ ਕੋਸ਼ਿਸ਼ ਕਰੋ ਤੇ ਰੱਬ ਕੋਲੋਂ ਮੰਗੋ, ਬੰਦਿਆਂ ਕੋਲੋਂ ਨਾ ਮੰਗੋ। ਨਹੀਂ ਸਾਹ ਜੀ, ਉਹ ਤੇ ਕੋਈ ਪਰਹੇਜ਼ ਨਹੀਂ ਕਰਾ ਰਿਹਾ, ਉਹ ਤੇ ਕੋਈ, ਉਹ ਤੇ ਸਿਰਫ 3-4 ਖੁਰਾਕਾਂ ਦਿੰਦਾ, ਲੋਕ ਉਹਦੇ ਨਾਲ ਖੁਸ਼ ਆ। ਤੁਸੀਂ ਏਦਾਂ ਕਰੋ, ਹਾਂਜੀ, ਸਾਬੀ ਜਿੰਨੀਆਂ ਦਵਾਈਆਂ ਤੁਹਾਡੀ ਕਸ਼ਰੀ ਸਾਬੀ ਤੋਂ ਲਾ ਕੇ ਮੁਗਾਤੀ ਸਾਬੀ ਸਾਰੀਆਂ 'ਚ ਭੰਗ ਪਾ ਦਿਓ। ਆ ਗਈ ਸਮਝ? ਤੇ ਮੁਖਾਤੀ ਜ਼ਲਾਤੀ ਤੋਂ ਲਾ ਕੇ ਜ਼ਲਾਤੀ ਕਸ਼ਰੀ ਤੱਕ ਇਹ ਸਾਰੀਆਂ ਜਵੈਣ ਖਰਾਸਾਮੀ ਪਾਈ ਜੋ ਦੇਈ ਜੋ ਲੋਕੀ ਆਈ ਜਾਣਗੇ। ਪੈਦਾ ਹੁੰਦਾ ਜੋ ਨਾ ਪਰਹੇਜ਼ ਦੋਸਤੋ। ਅੱਛਾ, ਕਸ਼ਰੀ ਦੇ ਵਿੱਚ ਜੀ ਉਹ ਅੰਗਰੇਜ਼ੀ ਦਵਾਈ, ਹਰ ਦਵਾਈ ਦੇ ਵਿੱਚ ਨਸ਼ਾ। ਸਾਜੀ ਅਸਲ 'ਚ ਮਸਲਾ ਵੀ ਤੇ ਇਹੀ ਹੈ ਨਾ ਕਿ ਦੇਖੋ ਇਹੋ ਹੀ ਚੀਜ਼ਾਂ ਪਾਉਂਦੇ। ਭੰਗ ਬਾਦ ਚੌਧਰੀ ਕੀ ਕਹਿੰਦਾ ਸੀ, ਭੰਗ ਬੀਜੋ। ਕਾਹਦੇ ਵਾਸਤੇ ਆਉਂਦਾ ਸੀਗਾ? ਇਹਦੇ 'ਚ ਬਹੁਤ ਮੈਡੀਸਨ ਦੇ ਵਿੱਚ ਬੜਾ ਫਾਇਦਾ, ਹਰ ਦਵਾਈ ਦੇ ਵਿੱਚ ਨਸ਼ਾ ਵਾ। ਇਹ ਨਸ਼ਾ ਕੱਢ ਦੇਣ ਤਾਂ ਫਿਰ ਸਾਡਾ ਮੁਕਾਬਲਾ ਕਰ ਲੈਣ। ਐਲੋਪੈਥੀ ਜਿਹੜੀ ਆ ਨਸ਼ਾ ਕੱਢ ਦੇ ਦਵਾਈਆਂ 'ਚੋਂ, ਸਾਡਾ ਮੁਕਾਬਲਾ ਕਰਨ। ਤੁਸੀਂ ਜੀ ਲੋਕ ਤਾਂ ਚਾਹੁੰਦੇ ਵੀ ਹੁਣ ਉਹੀ ਕੁਛ ਹੀ ਆ। ਹੁਣ ਲੋਕ ਯਾਰ ਲੋਕਾਂ ਨੂੰ ਤੁਸੀਂ ਕੀ ਆਖਣਾ? ਲੋਕ ਖਸਮਾਂ ਸਿਰ ਖਾਣ ਨਹੀਂ ਆਉਂਦਾ ਤੁਹਾਡੇ ਕੋਲ, ਨਾ ਆਵੇ ਕੋਈ ਤੇ ਫਿਰ ਰੋਟੀ ਕਿੱਥੋਂ ਖਾਣੀ? ਸਾਜੀ ਰੋਟੀ ਰੱਬ ਨੇ ਦੇਣੀ ਆ। ਇਹੋ ਜਿਹੀ ਗੱਲ ਹੈ ਤੁਹਾਡੇ ਵਿੱਚ, ਰੱਬ ਤਾਂ ਹੈ ਹੀ ਨਹੀਂ। ਇਹ ਛੱਡਦੇ ਨੇ, ਕੰਮ ਹੀ ਛੱਡਦੇ ਨੇ। ਨਹੀਂ, ਇੱਕ ਹੋਰ ਗੱਲ ਹੈ, ਅਸੀਂ ਜਿਹੜਾ ਰਿਸਕ ਕਹਿੰਦੇ ਨਾ, ਆਪਣਾ ਰਿਸਕ ਅਸੀਂ ਸਿਰਫ ਪੈਸੇ ਨੂੰ ਸਮਝਦੇ ਹਾਂ। ਇੱਜ਼ਤ ਔਰ ਅੱਛੀ ਸਿਹਤ, ਇਹ ਵੀ ਰਿਸਕ। ਹਾਂਜੀ, ਅੱਛੀ ਸਵਾਰੀ। ਹਾਂਜੀ, ਨਹੀਂ ਉਹ ਗੱਲ ਠੀਕ ਆ। ਅਸੀਂ ਸਿਰਫ ਦੇਖੋ ਨਾ, ਪੈਸਾ ਨਹੀਂ ਆ ਰਿਹਾ, ਲੇਕਿਨ ਅੱਲਾ ਨੇ ਤੁਹਾਡੀ ਇੱਜ਼ਤ ਦਿੱਤੀ ਹੋਈ, ਉਹ ਰਿਸਕ ਨਹੀਂ, ਈਮਾਨ ਹੈ। ਉਸਤਾਦ ਜੀ, ਅੱਲਾ ਨੇ ਤੁਹਾਨੂੰ ਅੱਛੀ ਸਿਹਤ ਦਿੱਤੀ ਹੋਈ ਆ, ਉਹ ਰਿਸਕ ਨਹੀਂ। ਅੱਲਾ ਪਾਕ ਨੇ ਤੁਹਾਨੂੰ, ਮੇਰਾ ਮਤਲਬ, ਅੱਛਾ ਖੁਸ਼ਹਾਲੀ ਦਿੱਤੀ, ਚਾਹੇ ਪੈਸੇ ਥੋੜੇ ਨੇ। ਉਹ ਕਿਦੋਂ ਆਉਂਦਾ ਹੈ ਬੰਦੇ ਤੇ? ਜਦੋਂ ਇਸਤਕਾਮਤ ਇੱਥੇ ਹੁੰਦੀ ਹੈ, ਜਦੋਂ ਆਪਾਂ ਉਹਦੇ ਪਿੱਛੇ ਦੌੜਨ ਤੋਂ ਰੁਕ ਜਾਂਦੇ ਆ ਕਿ ਨਹੀਂ ਯਾਰ, ਆਪਣਾ
ਇਹਦੇ ਪਿੱਛੇ ਨਹੀਂ ਜਾਣਾ, ਜੋ ਰੱਬ ਨੇ ਹੈ ਉਹ ਦੇਣਾ ਹੀ ਦੇਣਾ। ਜਦੋਂ ਇਹ ਦੇਣ 'ਚ ਬਹਿਣਾ ਹੈ ਨਾ, ਫਿਰ ਆਉਂਦਾ ਹੀ ਆਉਂਦਾ। ਤੇ ਜੇ ਮੈਂ ਇਹਦਾ ਦੱਸ, ਜੇ ਤੁਸੀਂ ਬਹੁਤੇ ਪੈਸੇ ਕਮਾਉਣਾ ਚਾਹੁੰਦੇ ਹੋ, ਹੁੰਦਾ ਹੀ ਜ਼ਿਆਦਾ ਆਪਣਾ ਅੱਲਾ ਦੀ ਰਾਹ ਤੇ ਖਰਚਣੇ ਸ਼ੁਰੂ ਕਰ ਦਿਓ। ਤੁਸੀਂ ਨਾ ਵੀ ਕੁਝ ਕਰੋ, ਜੋ ਹੁੰਦਾ ਅੱਲਾ ਦੀ ਰਾਹ ਦੇਈ ਜਾਓ, ਅੱਲਾ ਹੋਰ ਦੇਈ ਜਾਣਾ, ਤੁਹਾਨੂੰ ਬੈਠੇ ਨੂੰ ਦੇਈ ਜਾਣਾ। ਇਹ ਸਾਰੀਆਂ ਗੱਲਾਂ ਤੋਂ ਇਨਕਾਰ ਨਹੀਂ ਹੈ, ਨਹੀਂ ਇਨਕਾਰ ਹੈ। ਉਹ ਦੂਸਰੇ ਨੰਬਰ ਤੇ ਜਿਹੜੀ ਤੁਸੀਂ ਕਹਿੰਦੇ ਆ ਕਿ ਉਹ ਪਰਹੇਜ਼ ਨਹੀਂ ਦਿੰਦਾ, ਇਹਦੇ ਚ ਕਾਉਂਸਲਿੰਗ ਹੁੰਦੀ। ਡਾਕਟਰ ਕਾਉਂਸਲਿੰਗ ਨਹੀਂ ਕਰਦੇ? ਕਾਉਂਸਲਿੰਗ ਕਰਦੇ ਆ। ਤੁਹਾਡੇ ਕੋਲ ਮਰੀਜ਼ ਆਇਆ, ਉਹ ਕਹਿੰਦਾ ਮੇਰੇ ਕੋਲ ਪਰਹੇਜ਼ ਨਹੀਂ ਹੁੰਦਾ। ਇੱਥੇ ਮੇਰੇ ਕੋਲ 2-3 ਮਰੀਜ਼ ਆ ਪਿਛਲੇ 2 ਦਿਨਾਂ ਦੇ ਹੋਏ, ਮੈਂ ਪੇਪਰ ਲਿਖ ਦਿੰਦਾ, ਇਹ ਨਹੀਂ ਹੋਣਾ ਜੀ। ਮੈਂ ਜੇ ਉਹਨੂੰ ਕੀ ਕਹਿੰਦਾ ਵੀ ਜਾ ਉੱਠ ਕੇ ਨਾ ਜਾ, ਮੈਂ ਕਿਹਾ ਚੱਲ ਬੈਠ। ਮੈਂ ਉਹਨੂੰ ਕੀ ਕਾਉਂਸਲਿੰਗ ਕੀਤੀ, ਯਾਰ ਆ ਜਿਹੜੀ ਤੇਰੀ ਹੈ ਨਾ, ਇਹ ਚੌਲ ਜਿਹੜੇ ਆ ਤੇਰੀ ਬਿਮਾਰੀ ਹੈ, ਆ ਜਿਹੜੇ ਮਸਲਾਂ ਦੀ ਦਾਲ ਆ, ਇਹਨਾਂ ਤੋਂ ਸਹੀ ਹੋਣਾ। ਕਾਉਂਸਲਿੰਗ ਕਿੱਦਾਂ ਹੋਣੀ ਉਹ? ਜਦੋਂ ਇੱਥੇ ਮੇਰਾ ਮਤਲਬ ਕੋਈ ਉਹਨੂੰ ਸਮਝਾਉਣ ਦੀ ਤਫੀਕ ਹੋਣੀ, ਉਹਦੇ ਤੇ ਵਕਤ ਲਾਉਣਾ ਪੈਂਦਾ। ਜਿਹੜਾ 2500 ਰੁਪਇਆ ਲੈਂਦਾ ਡਾਕਟਰ, ਉਹ ਨਹੀਂ ਕਰਦਾ ਕਾਉਂਸਲਿੰਗ? ਕਰਦਾ ਕਿ ਨਹੀਂ ਕਰਦਾ? ਤੁਸੀਂ ਉਹਦੀ ਕਾਉਂਸਲਿੰਗ ਕਰੋ, ਐਸਾ ਸਹੀ ਹੁੰਦਾ ਜਾਏ। ਨਹੀਂ ਸਾਰੀ ਕਾਉਂਸਲਿੰਗ ਵੀ ਕਰੀ ਹੈ, ਮਰੀਜ਼ ਮੁਤਮਿਨ ਵੀ ਹੋ ਜਾਵੇ, ਪਰਹੇਜ਼ ਤੇ ਵੀ ਮੁਤਮਿਨ ਹੋਈ ਹੈ। ਪਰਹੇਜ਼ ਵੀ ਮਹੀਨਾ ਚੱਲਦੀ ਪਈ ਆ, ਕਿਸੇ ਨਾ ਕਿਸੇ ਰੰਗ ਦੇ ਵਿੱਚ ਪਰਹੇਜ਼ ਕਰ ਹੀ ਰਿਹਾ ਵਾ। ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਸਾਡੇ ਕੋਲ ਆਉਂਦਾ, ਉਹ ਅਗਰ ਇੱਕ ਦਿਨ ਉਹਨੇ ਵੱਧ ਪਰਹੇਜ਼ੀ ਕੀਤੀ ਆ, ਉਹਦੀ ਸਾਰੀ ਮਹੀਨੇ ਦੀ ਪਰਹੇਜ਼ ਜਿਹੜੀ ਆ ਉਹ ਕਿਸੇ ਖਾਤੇ 'ਚ ਨਹੀਂ ਪਾਉਂਦੇ ਅਸੀਂ। ਉਹ ਇੱਕ ਦਿਨ ਦੀ ਵੱਧ ਪਰਹੇਜ਼ੀ ਉਹਨੂੰ ਗਿਣ ਲੱਗ ਪੈਂਦੇ। ਉਹਦੇ 'ਚ ਇਹ ਹੈ, ਉਹਦੇ 'ਚ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇਹ ਬੰਦਾ ਆਪਣਾ ਹੈਗਾ ਅਸਾਬੀ ਹੈ, ਸਾਲ ਦੇ ਤੌਰ ਜਾਂ ਕਸ਼ਰੀ ਹੈ। ਤੁਹਾਨੂੰ ਇੱਕ ਪਤਾ ਲੱਗ ਗਿਆ 1 ਮਹੀਨੇ ਦੇ ਜਾਂ 15 ਦਿਨਾਂ ਦੇ ਵਿੱਚ ਯਾਰ ਕਿ ਇਹ ਬੰਦਾ ਅਸਾਬੀ ਹੈ। ਤੁਸੀਂ ਮੈਡੀਸਨ ਨੂੰ ਉਹਦੇ ਦਰਜਾ बढ़ा दो, ਤੁਸੀਂ ਨਾ ਉਹਨੂੰ ਪਹਿਲੇ ਦਰਜੇ ਦੀ ਦਵਾਈ ਤੇ ਰੱਖੋ, ਉਹਦੀ ਮੈਡੀਸਨ ਦਾ ਦਰਜਾ बढ़ा ਦਿਓ। ਅੱਛਾ, ਅੱਜ ਦੀ ਨਾ ਜਾਨੀ ਇਹ ਸਾਰਾ ਮੇਰਾ ਮੁੱਦਾ ਰੱਖਣ ਦਾ ਮਕਸਦ ਇੱਕ ਇਹ ਵੀ ਆ ਕਿ ਗਿਜ਼ਾ ਠੀਕ ਆ, ਗਿਜ਼ਾ ਤੋਂ ਬਗੈਰ ਜਿਸਮ ਨਹੀਂ ਬਣ ਸਕਦਾ, ਗਿਜ਼ਾ ਤੋਂ ਬਗੈਰ ਮਰਜ਼ ਦਾ ਮੁਸਤਕਿਲ ਇਲਾਜ ਨਹੀਂ ਹੋ ਸਕਦਾ। ਲੇਕਿਨ ਸਾਡੇ ਸਾਹਮਣੇ ਉਸਤਾਦਾਂ ਦੀ ਜ਼ੇਰੇ ਨਿਗਰਾਨੀ ਰਹਿੰਦਿਆਂ ਹੋਇਆਂ ਕੋਈ ਵਾਜ਼ੇ ਫਾਰਮਾਕੋਪੀਆ ਨਹੀਂ ਹੈਗਾ ਮੈਡੀਸਨ ਦਾ। ਸਾਨੂੰ ਕੋਈ ਜਿਹੜਾ ਨਾ ਨਹੀਂ ਅੱਜ ਤੱਕ ਪਤਾ ਕਿ ਕਿਹੜੀ ਐਸੀ ਚੀਜ਼ ਹੈ ਜਿਹਨੂੰ ਅਸੀਂ ਮੁੰਤਖਬ ਕਰਕੇ ਉਹਦੇ ਅੰਦਰ ਪਰਹੇਜ਼ਾਂ ਰੱਖ ਕੇ ਅਸੀਂ ਪੂਰੇ ਇਤਮਾਦ ਦੇ ਨਾਲ ਜਿਹੜਾ ਨਾ ਅਸੀਂ ਕਹਿ ਸਕਦੇ ਕਿ ਯਾਰ ਇਹ 'ਚ ਸਾਨੂੰ ਰਾਹ ਮਿਲ ਜਾਣਾ। ਰੋਡ ਮੈਪ ਹਾਜ਼ਮ ਸਿਰਫ ਚਾਰੋਂ ਹਾਜ਼ਮ, ਕੋਈ ਸ਼ੈ ਨਹੀਂ ਨਾ ਮਲਈਆਂ ਨਾ, ਸਿਰਫ 4 ਹਾਜ਼ਮ ਤੁਸੀਂ ਸਹੀ ਪ੍ਰਾਪਰ ਅੰਦਾਜ਼ ਨਾਲ ਦਿੱਤੇ ਹੋਏ ਆ ਔਰ ਉਹਨੂੰ ਪ੍ਰਾਪਰ ਪਰਹੇਜ਼ ਦਿੱਤਾ ਹੋਇਆ, ਸਵਾਲ ਹੀ ਪੈਦਾ ਨਹੀਂ ਹੁੰਦਾ ਮਰੀਜ਼ ਦਾ। ਤਸ਼ਖੀਸ ਸਹੀ ਹੋ, ਸਿਰਫ 4 ਹਾਜ਼ਮ। ਆਪਣੇ ਦਿਮਾਗ ਵਾਸਤੇ ਕੁਝ ਕਰ। ਅੱਛਾ ਜੀ, ਤੇਰੇ ਦਿਮਾਗ ਦੇ, ਤੇਰੇ ਖੋਪਰੀ 'ਚ ਦਿਮਾਗ ਹੈ ਨਹੀਂਗਾ। ਮੈਂ ਤੈਨੂੰ ਕਿੰਨੀ ਵਾਰ ਦੱਸਿਆ ਵੀ ਬੰਦਾ ਮੇਰੇ ਕੋਲ ਜਾਂਦਾ, ਮੈਂ ਲੱਕੜਾ ਚੀਂਡਿਆ ਆ ਰਹੇ ਨੇ, ਜਾ ਕੇ ਮੈਨੂੰ ਆਉਂਦਾ ਵੀ ਤੇਰੀ ਭੂਆ ਦਾ ਸਿਰ ਦੁਖਦਾ ਤੇ 50 ਰੁਪਏ ਦਾ ਟੀਕਾ ਅਸੀਂ ਲਵਾਉਂਦੇ ਹਾਂ ਰੋਜ਼ ਦਾ। ਇਹ ਸਨ 84 ਦੀ ਗੱਲ ਆ। ਉਦੋਂ ਦੇ 50 ਤੇ ਹੁਣ ਦੇ 50 ਦਾ ਸਭ ਲਾ ਲਓ ਕਿੰਨੇ ਬਣਦੇ ਆ। ਤੇ ਉਹਨੂੰ ਵੇਖ ਕੇ ਯਾਰ ਕੋਈ ਦਵਾਈ ਦੇ, ਮੈਂ ਤੂੰ ਆ ਲੈ ਜਾ ਕਸ਼ਰੀ ਸਾਬੀ। ਕਹਿੰਦਾ ਨਹੀਂ, ਨਬਜ਼ ਵੇਖ। ਘਰ ਲੈ ਗਿਆ ਮੈਨੂੰ, ਉਹਦੇ ਜਾ ਕੇ ਨਬਜ਼ ਵੇਖ ਕੇ ਮੈਂ ਕਿਹਾ ਅੱਧੇ ਕਿਲੋ ਦਾ ਅੰਬ ਲੈ, ਜੇ ਤੋਲਾ ਵੀ ਘੱਟ ਹੋਇਆ ਤੈਨੂੰ ਦੁਬਾਰਾ ਜਾਣਾ ਪੈਣਾ ਹੀ। ਉਹ ਲਿਆ 9 ਸਟਾਕਾਂ ਦਾ ਅੰਬ। ਆਂਦਾ ਲੈ ਖਾਣਾ ਮਰਨਾ ਸੀ ਤੇ ਮੈਨੂੰ ਨਾ ਹੀ ਦੱਸ ਦੇ, ਮੈਂ ਉੱਥੇ ਦਿਨ ਖਵਾ ਕੇ ਲਿਆਉਂਦਾ। ਮੈਂ ਕਿਹਾ ਲਿਆ, ਖਾ ਕੇ ਫੇਰ ਦੱਸੂਗਾ। ਆਪਣੇ ਵਿੱਚ ਕੋਈ ਪਾਵਰ ਪੈਦਾ ਕਰੋ। ਉਹ ਸਾਨੂੰ ਤਾਂ ਦੱਸਣ ਵਾਲਾ ਕੋਈ ਨਹੀਂ ਸੀਗਾ, ਸਾਨੂੰ ਤਾਂ ਸਿਰਫ ਕਿਤਾਬਾਂ ਹੀ ਪੜ੍ਹਾਈਆਂ ਸੀ। ਅੱਛਾ, ਤੁਹਾਨੂੰ ਅਸੀਂ ਦੱਸਦੇ ਹਾਂ, ਤੁਹਾਡੇ ਸਮਝ 'ਚ ਫੇਰ ਨਹੀਂ ਆਉਂਦਾ। ਤੁਸੀਂ ਕੋਕਨੋਟ ਬਦਾਮ ਖਾਇਆ ਕਰੋ। ਸਰ ਜੀ, ਸਾਨੂੰ ਗਿਜ਼ਾ ਤੇ ਇਤਬਾਰ ਨਹੀਂ ਨਾ ਆਉਂਦਾ। ਅਸੀਂ ਮਰੀਜ਼ ਆਉਂਦਾ ਉਹਨੂੰ ਦਵਾਈ ਤਾਂ ਦੇਣੀ ਨਾ ਕੋਈ। ਤੇ ਖਸਮਾਂ ਦਾ ਸਿਰ ਖਾਓ, ਦਫਾ ਹੋ, ਜਿੱਥੇ ਮਰਜੀ ਤੁਰੇ ਫਿਰ ਕੁੱਤੇ ਵਾਂਗੂ। ਆਹੋ, ਮੈਂ ਕੀ ਕਰ ਸਕਦਾ ਵੇ। ਸਾਡੀ ਹੁਣ ਇਹ ਕਿ ਇਹਨਾਂ ਦੀ ਜ਼ਿੰਦਗੀ ਇੰਨੀ ਗੁਜ਼ਰੀ ਹਿਕਮਤ ਦੇ ਵਿੱਚ ਹੀ। ਅਸੀਂ ਅਜੇ ਕੱਲ ਸਿੱਖੀ ਹਿਕਮਤ, ਡਾਕਟਰਾਂ ਦਾ ਰਿਜੈਕਟ ਮਰੀਜ਼ ਬਲੱਡ ਪ੍ਰੈਸ਼ਰ 'ਚ ਕਾਬੂ ਹੁੰਦਾ ਜੀ। ਅੱਜ ਦਾ ਸਰ ਜੀ ਨੇ ਫਰਮਾਇਆ ਕਿ ਹਾਜ਼ਮ ਉਸ ਬੰਦੇ ਦਾ ਇਲਾਜ ਕੀਤਾ, ਸਿਵਲ ਸਰਜਨ ਕੋਲ ਬੰਦਾ ਦਵਾਈ ਖਾਂਦਾ ਸੀ, ਅਜੇ ਮਸਲਾ ਡਿਗਰੀ ਵੀ ਮੁਕੰਮਲ ਸਾਡੇ ਕੋਲ ਨਹੀਂ ਹੈ। ਉਹ ਬੰਦਾ ਕਹਿੰਦਾ ਮੈਂ ਡਾਕਟਰ ਕੋਲ ਧੱਕੇ ਖਾ ਕੇ, ਇਹਨਾਂ ਦੇ ਅੱਲਾਹ ਪਾਕ ਨੇ ਇਹਨਾਂ ਦੇ ਸਦਕੇ ਸਾਨੂੰ ਇਲਮ ਦਿੱਤਾ, ਉਹਦਾ ਇਲਾਜ ਕੀਤਾ। ਉਹ ਕਹਿੰਦਾ ਡਾਕਟਰ ਸ਼ਾਇਦ ਕੋਈ ਨਹੀਂ। ਤੁਸੀਂ ਕਿੱਦਾਂ ਕਹਿੰਦੇ ਕਿ ਡਾਕਟਰ ਬਹੁਤ ਉੱਤੇ ਆ।
ਇਹ ਨਹੀਂ ਗੱਲ ਕਰ ਮੇਰੇ ਪਿੰਡ ਦੇ 25 ਸਾਲਾ ਤਜਰਬਾ ਹੋਲਡਰ ਬੰਦੇ ਉਹਨੂੰ ਦਵਾਈ ਦੇ ਹਟੇ ਹਕੀਮ 25 30 ਸਾਲ ਦੇ ਪ੍ਰੈਕਟੀਸ਼ਨਰ ਜਿਹੜੇ ਬੰਦੇ ਬੈਠੇ ਆ ਉਹਨਾਂ ਕੋਲ ਦਵਾਈ ਖਾਂਦੇ ਉਹ ਬਲੱਡ ਪ੍ਰੈਸ਼ਰ ਨਹੀਂ ਸਾਰੀ ਕਾਬੂ ਹੁੰਦਾ। ਮੈਂ ਪਿਛਲੀ ਮੀਟਿੰਗ ਸਾਰੀ ਉਹਦੀ ਗੱਲ ਸਾਈ ਬੰਦੇ ਦੀ ਮੇਰੇ ਮਹੱਲੇ ਦਾ ਬੰਦਾ ਸਾਬੇ ਅਸੀਂ ਇਹਦੇ ਜਿਹੜੇ ਅਮੀਰ ਬੰਦੇ ਹੁੰਦੇ ਜਿਹੜਾ ਹਕੀਮਾਂ ਦੇ ਕਤਬਾਰ ਘੱਟ ਕਰਦੇ ਆ ਹਾਂਜੀ ਉਹਨੂੰ ਮੈਂ ਦਵਾਈ ਦਿੱਤੀ ਕਹਿੰਦਾ ਪੁੱਠਾ ਨਾ ਹੋਈ। ਮੈਂ ਕਿਹਾ ਜੇ ਤੂੰ ਪੁੱਠਾ ਹੋ ਜਾਵੇ ਤਾਂ ਕੋਈ ਤੂੰ ਸਿੱਧਾ ਵੀ ਅੱਲਾ ਕਰਕੇ ਤੈਨੂੰ ਕੱਲ ਮੈਂ ਦਵਾਈ ਖਾ ਦੂ ਜਾ ਕੇ। ਉਹ ਬੰਦੇ ਦਾ ਸਾਡੀ ਬਲੱਡ ਪ੍ਰੈਸ਼ਰ ਵੀ ਠੀਕ ਹੋ ਗਿਆ ਕਹਿੰਦਾ ਡਾਕਟਰ ਸ਼ਾਇਦ ਕੋਈ ਨਹੀਂ ਗੇ। ਉਹ ਗੱਲ ਉਹ ਹੀ ਹੋਣੀ ਅੰਦਰ ਪਹਿਲਾਂ ਆਪਣਾ ਦਿਮਾਗ ਤਾਂ ਹੋਵੇ ਕਿ ਮੇਰੇ ਮੈਂ ਦਵਾਈ ਦੇਣ ਲੱਗਿਆ ਨੂੰ ਆਰਾਮ ਆ ਜਾਣਾ। ਤੁਹਾਡਾ ਤਾਂ ਆਪਣਾ ਦਿਲ ਕਰਦਾ ਕਿ ਪਤਾ ਨਹੀਂ ਇਹਨਾਂ ਸਕੂਨ ਹੋਣਾ ਕਿ ਨਹੀਂ ਹੋਣਾ। ਗੱਲ ਪਹਿਲੇ ਅੰਦਰ ਆਪਣੀ ਕਾਬਲੀਅਤ ਤੇ ਯਕੀਨ ਹੋਵੇ। ਬੇਸਿਕਲੀ ਉਹਦੀ ਮੈਂ ਉਹ ਇਹ ਨਹੀਂ ਕਰ ਰਿਹਾ ਕਿ ਐਜ਼ ਏ ਇਹ ਨਹੀਂ ਕਰ ਰਿਹਾ ਕਿ ਆਪਣੀ ਕਾਬਲੀਅਤ ਮੇਰਾ ਮਤਲਬ ਨਹੀਂ। ਉਹ ਸਵਾਲ ਕਰ ਰਹੇ ਨੇ ਇੱਕ ਕਿਸਮ ਦੇ ਪੁੱਠੇ ਸਵਾਲ ਕਰਦੇ ਪਏ ਨੇ। ਪੁੱਠੇ ਸਵਾਲ ਕਰਕੇ ਉਹਦੀ ਜਿਹੜਾ ਜਵਾਬ ਆਏਗਾ ਉਹਨੂੰ ਮੇਰਾ ਮਤਲਬ ਉਹ ਆਸਾਨ ਲਫ਼ਜ਼ਾਂ 'ਚ ਜਿਹੜਾ ਉਸਤਾਦਾਂ ਨੇ ਜਵਾਬ ਦੇਣਾ ਹੈ ਨਾ ਸਮਝਾਉਣਾ ਹੈ ਉਹਨੂੰ ਫਿਰ ਲੋਕਾਂ ਵਾਸਤੇ ਅਸੀਂ ਅੱਗੇ ਵੀਡੀਓ ਦੇ ਚੜਾਉਣਾ। ਉਹ ਇਸ ਤੋਂ ਪੁੱਠੇ ਸਵਾਲ ਕਰਦੇ ਨੇ। ਸਾਜੀ ਮੈਂ ਨਾ ਇੱਕ ਮਿੰਟ ਹਾਂਜੀ ਉਹ ਹੁਣ 50 ਰੁਪਏ ਦਾ ਰੋਜ਼ਾਨਾ ਟੀਕਾ ਲੱਗਦਾ 2 ਘੰਟੇ ਆਰਾਮ ਨਾਲ 22 ਘੰਟੇ ਫਿਰ ਤੜਫਦੀ ਉਹ ਆਂਦਾ ਲੈ ਆ ਮੈਂ ਲੈ ਨੌ ਸਟਾਕਾਂ ਆਈਆਂ ਤਾਂ ਖਾ ਲਾ ਮਰ ਲੈ। ਮੈਂ ਕਿਹਾ ਲਿਆ ਹੁਣ ਛੁਰੀ ਦੇ ਪਲੇਟ ਦੇ ਮੈਂ ਕੱਟ ਕੇ ਉਹਨੂੰ ਮੈਂ ਕਿਹਾ ਲੈ ਭੂਆ ਖਾ। ਕਹਿੰਦੇ ਨਹੀਂ ਪੁੱਤ ਤੂੰ ਆਪਣੇ ਲਈ ਮੰਗਵਾਇਆ। ਮੈਂ ਆਪਣੇ ਲਈ ਮੰਗਵਾਇਆ ਤੇਰੇ ਲਈ ਮੰਗਵਾਇਆ ਖਾ। ਉਹ ਖਾਣ ਲੱਗ ਪਈ। ਉਹਦੀ ਭਰਜਾਈ ਨੇ ਮੈਂ ਕਿਹਾ ਚਾਚੀ ਤੂੰ ਨਾ ਲੌਂਗ ਦਾਲਚੀਨੀ ਦਾ ਕਾਹਵਾ ਪਕਾ। ਉਹਨੇ ਅੰਬ ਖਾ ਲਿਆ ਤੇ ਕਾਹਵਾ ਲਾਈ। ਮੈਂ ਕਿਹਾ ਪੀ ਇਹਨੂੰ। ਪੀ ਲਿਆ ਉਹਨੇ। ਇਹ ਪੀ ਲਿਆ ਤੇ ਮੈਂ ਉਹਨੂੰ ਆਖਿਆ ਭੂਆ ਤੇਰੇ ਦਰਦ ਦਾ ਕੀ ਹਾਲ ਹੈ। ਉਹਨੇ ਧੌਣ ਚਾਰ ਫਿਰ ਮੋੜ ਕੇ ਆਂਦੀ ਹੁਣ ਤਾਂ ਹੈ ਨਹੀਂ। ਮੈਂ ਕਿਹਾ ਕਾਹਦੇ ਨਾਲ ਹੱਡੀ ਕਾਹਵੇ ਨਾਲ ਹੱਡੀ ਅੰਬ ਨਾਲ ਹੱਡੀ। ਮੈਨੂੰ ਪਤਾ ਨਹੀਂ ਲੱਗਾ। 1 ਮਹੀਨਾ ਦਰਦ ਨਹੀਂ ਹੋਈ। ਮਹੀਨੇ ਬਾਅਦ ਫੇਰ ਹੋਈ ਤਾਂ ਨਾ ਅੰਬ ਲਿਆਂਦਾ ਕਾਹਵਾ ਪਿਆ ਠੀਕ ਹੋ ਗਈ ਸਾਰਾ ਸਿਆਲ ਲੱਗ ਗਿਆ। ਇਹੋ ਦਿਨ ਆ ਗਿਆ ਅਗਲੇ ਹੋਰ 15-20 ਦਿਨ ਦਰਦ ਸ਼ੁਰੂ ਹੋ ਗਈ। ਉਹ ਹੁਣ ਭੱਜੇ ਲਾਹੌਰ ਤੋਂ ਹੀ ਭੱਜੇ ਫੈਸਲਾਬਾਦ ਤੱਕ ਭੱਜਿਆ ਵੀ ਅੰਬ ਨਹੀਂ ਲੱਭਾ। ਮੇਰੇ ਕੋਲ ਗਏ 4 ਦਿਨ ਹੋ ਗਏ ਟੀਕੇ ਲਵਾਉਣ ਦਿਆਂ ਸਾਨੂੰ ਅੰਬ ਨਹੀਂ ਲੱਭਾ। ਮੈਂ ਕਿਹਾ ਅੰਬ ਮੇਰੇ ਕੋਲ ਲੈਣਾ ਸੀ ਆਣ ਕੇ। ਤੁਸੀਂ ਲਾਹੌਰ ਜੇ ਗਏ ਮੇਰੇ ਕੋਲ ਆਉਣਾ ਸੀ ਤਾਂ ਅੰਬ ਲੈ ਲੈਣਾ ਸੀ। ਤੇਰੇ ਕੋਲ ਹੈਗੇ। ਮੈਂ ਕਿਹਾ ਹੈਗੇ ਆ। ਮੈਂ ਜਾ ਗੁਲਜ਼ਾਰ ਦੀ ਦੁਕਾਨ ਦੇ ਉੱਤੇ ਖਰਬੂਜੇ ਪਏ ਖਰਬੂਜਾ ਖਵਾ ਕੇ ਕਾਵਾਂ ਪਾਇਆ ਤੇ ਆ ਕੇ ਆਇਆ ਤੇ ਗਾਲਾਂ ਕੱਢ ਤੁਰਿਆ ਆਵੇ। ਮੈਂ ਕੀ ਹੋਇਆ ਆਰਾਮ ਨਹੀਂ ਆਇਆ ਤੇ ਫੇਰ ਖਰਬੂਜੇ ਦੇ ਪੈਸੇ ਲੈ ਲਾ। ਆਂਦਾ ਨਹੀਂ ਆਰਾਮ ਆ ਗਿਆ। ਪਰ ਮੈਂ ਇਹ ਪੁੱਛਣਾ ਵੀ ਤੂੰ ਕੀ ਆਪਣੀ ਭੂਆ ਨਾਲ ਪੱਤੀ ਰੱਖੀ ਆ ਕੋਈ ਵੀ ਉਹਨੂੰ ਕਦੀ ਖਰਬੂਜੇ ਨਾਲ ਆਰਾਮ ਕਦੀ ਅੰਬ ਨਾਲ। ਇਹ ਗੱਲ ਕੀ ਆ। ਮੈਂ ਕਿਹਾ ਇਹ ਗੱਲ ਕੋਈ ਵੀ ਨਹੀਂ ਹੈਗੀ। ਇਹ ਹੈਗੀ ਤੁਹਾਡੀ ਸੋਚ। ਉਹ ਲੋਕਾਂ ਨੂੰ ਕਰਕੇ ਤਾਂ ਵਿਖਾਓ ਤਮਾਸ਼ਾ। ਤੁਸੀਂ ਦੂਜਿਆਂ ਵੱਲ ਵੇਖਦੇ ਜੇ ਤੁਸੀਂ ਆਪਣੇ ਆਪ ਵੱਲ ਵੇਖੋ। ਤੁਹਾਡੇ ਅੰਦਰ ਉਹ ਬੈਠਾ ਆਉਂਦਾ ਹਕੀਮ ਜਿਹੜਾ ਹੈਗਾ ਤੁਹਾਡੇ ਅੰਦਰ ਬੈਠਾ ਆਉਂਦਾ। ਮੈਂ ਤੁਹਾਡੇ ਕੋਲ ਸ਼ਾਹ ਰੱਖਦੇ ਲਓ ਉਹਨੂੰ ਪੁੱਛੋ ਸਹੀ। ਉਹਨੂੰ ਤੁਸੀਂ ਪੁੱਛਦੇ ਨਹੀਂ ਮਰਜ਼ੀਆਂ ਆਪਣੀਆਂ ਕਰਦੇ ਜੇ। ਨਹੀਂ ਸਾਜੀ ਅੱਜ ਤਾਂ ਦਵਾਈਆਂ ਤੇ ਹੀ ਗੱਲ ਕਰਨੀ ਆ ਬਈ ਗਜ਼ਾਵਾਂ ਹੁੰਦੀਆਂ ਰਹਿਣਗੀਆਂ ਸਾਰੀਆਂ। ਦਵਾਈ ਕੋਈ ਕੰਮ ਨਹੀਂ ਕਰਦੀ। ਅੱਛਾ ਦਵਾਈ ਹੈਗੀ ਤੁਹਾਡੇ ਪੈਸੇ ਲੈਣ ਵਾਸਤੇ। ਅੱਛਾ ਸਾਜੀ ਪੈਸੇ ਵੀ ਤੇ ਲੈਣੇ ਨਾ ਰੋਡ ਘਰ ਕਿਦਾਂ ਦਵਾਈ ਹੈਗੀ ਪੈਸੇ ਲੈਣ ਵਾਸਤੇ। ਅਸਲ ਇਲਾਜ ਹਿਸਾਬ ਆ। ਓਏ ਜਰਾਸੀਮ ਕਿੱਦਾਂ ਪੈਦਾ ਹੁੰਦੇ ਆ। ਜਰਾਸੀਮ ਪੈਦਾ ਕਿੱਦਾਂ ਹੁੰਦੇ ਆ। ਕੋਈ ਵੀ ਚੀਜ਼ ਜਿਹੜੀ ਜ਼ਰੂਰਤ ਤੋਂ ਜ਼ਿਆਦਾ ਤੁਸੀਂ ਆਪਣੇ ਘਰ ਰੱਖ ਲੈਂਦੇ ਜੇ ਕਣਕ ਆ ਗੋਸ਼ਤ ਆ ਜਾਂ ਫਰਿੱਜ ਤੁਹਾਡੀ ਬੰਦ ਕਰਤੀ ਵਾਪਡਾ ਵਾਲਿਆਂ ਨੇ ਤੇ ਗੋਸ਼ਤ 10 ਸੇਰ ਲਿਆਣ ਕੇ ਰੱਖਿਆ ਅਜੇ ਅੱਧਾ ਕਿਲੋ ਨਹੀਂ ਖਾਧਾ। ਫਰਿੱਜ ਹੋ ਗਈ ਬੰਦ ਤਾਂ ਰੱਖਣ ਨੂੰ ਥਾਂ ਕੋਈ ਨਹੀਂ ਹੁਣ ਲੱਭਣ ਡਿਆ। ਉਹ ਗੋਸ਼ਤ ਫਿਰ ਕਿੱਥੇ ਸੁੱਟਣਾ ਤੁਸੀਂ ਰੂੜੀਆਂ ਤੇ। ਇਸੇ ਤਰੀਕੇ ਨਾਲ ਜਿਹੜੀ ਗ਼ਿਜ਼ਾ ਦੀ ਜਿੰਨੀ ਜ਼ਰੂਰਤ ਹੈ ਜਿਸਮ ਦੇ ਵਿੱਚ ਲੈ ਜਾਓ। ਉਹ ਜਿਹੜੇ ਟਿਸ਼ੂ ਦੀ ਗ਼ਿਜ਼ਾ ਖਾਓਗੇ ਉਸੇ ਟਿਸ਼ੂ ਨੂੰ ਉਹਨੇ ਤਾਕਤ ਦੇਣੀ ਆ। ਅਗਰ ਉਹ ਵਾਧੂ ਆ ਜੋ ਪਈ ਅੰਦਰ ਪਈ ਆ ਤੇ ਉਹਦੇ ਵਿੱਚ ਤਫਨ ਪੈਦਾ ਹੋਇਆ। ਉਹ ਆਂਦੇ ਵਾਇਰਸ ਪੈਦਾ ਹੋ ਗਿਆ। ਫਿਰ ਉਹਦੇ ਵਿੱਚ ਕੀੜਾ ਬਣਿਆ। ਉਹ ਆਂਦੇ ਜਰਾਸੀਮ ਬਣ ਗਏ। ਹਾਂਜੀ
ਉਹ ਫਿਰ ਜਿਹੜੇ ਜਰਾਸੀਮ ਆ ਉਹ ਉਸੇ ਗ਼ਜ਼ਾ ਦੀ ਤਲਬ ਬਾਰ-ਬਾਰ ਕਰਦੇ ਆ, ਕਿਉਂ ਉਹਨਾਂ ਨੂੰ ਵੀ ਖੁਰਾਕ ਚਾਹੀਦੀ ਆ ਕਿ ਨਹੀਂ ਚਾਹੀਦੀ। ਉਹ ਖੁਰਾਕ ਮੰਗਦੇ, ਉਹ ਮਰੀਜ਼ ਉਹੀ ਹੀ ਖਾਂਦਾ, ਉਹਨੂੰ ਉਹਦੇ ਤੋਂ ਹੀ ਹਟਾਉਣਾ। ਅਗਰ ਉਹ ਦੇਈ ਜਾਓਗੇ ਤਾਂ ਉਹ ਜਿਹੜੇ ਜਰਾਸੀਮ ਜ਼ਰੀਲੇ ਪੈਦਾ ਹੋ ਗਏ ਅੰਦਰ ਤੁਹਾਨੂੰ ਨੁਕਸਾਨ ਦੇਣ ਵਾਲੇ, ਉਹ ਜਿਹੜੇ ਉਸ ਖੁਰਾਕ ਦੇ ਪਾਲਣਗੇ, ਇੱਕ ਦੇ 2, 2 ਦੇ 4, 4 ਦੇ 8, ਆਪਣੀ ਤਦਾਦ ਵਧਾਈ ਜਾਣਗੇ, ਬਿਮਾਰੀ ਕਾਇਮ ਰਹੇਗੀ। ਅਗਰ ਉਹਨਾਂ ਦੀ ਉਹ ਖੁਰਾਕ ਤੁਸੀਂ ਬੰਦ ਕਰ ਦਿਓ ਤੇ ਉਹ ਭੁੱਖ ਨਾਲ ਮਰ ਜਾਣਗੇ ਤੇ ਮਰੀਜ਼ ਠੀਕ ਹੋ ਜਾਊਗਾ। ਇਸ ਵਾਸਤੇ ਇਲਾਜ ਗ਼ਜ਼ਾ ਨਾਲ ਹੀ ਹੁੰਦਾ, ਦਵਾ ਨਾਲ ਨਹੀਂ ਹੁੰਦਾ। ਕੋਈ ਡਾਕਟਰ ਦਵੇ, ਹਕੀਮ ਦਵੇ, ਦਵਾਈ ਇਲਾਜ ਨਹੀਂ ਹੈਗਾ, ਇਲਾਜ ਗ਼ਜ਼ਾ ਹੈ। ਅਸੀਂ ਤੇ ਲੋਕਾਂ ਨੂੰ ਫੁੱਦੂ ਬਣਾਉਣੇ, ਉਹਨਾਂ ਕੋਲ ਦਵਾਈਆਂ ਦੇ ਕੇ ਪੈਸੇ ਲੈਣੇ, ਤੇ ਉਹ ਫੁੱਦੂ ਆ ਜਿਹੜੇ ਸਾਨੂੰ ਪੈਸੇ ਦੇਈ ਜਾਂਦੇ ਆ।